ਇਹਦੇ 'ਚ ਬਹੁਤ ਵੱਡੀ ਸਾਜ਼ਿਸ਼ ਪਹਿਲਾਂ ਰਚੀ ਜਾਂਦੀ ਹੈ ਕਿਉਂਕਿ ਜਦੋਂ ਲੋਕ ਸਭਾ ਚੋਣਾਂ ਦਾ ਜੋ ਪ੍ਰਚਾਰ ਚੱਲਦਾ ਸੀ ਨਾ ਉਸ ਵੇਲੇ ਅੰਬਾਨੀ ਤੇ ਅਡਾਨੀ ਹੁਣਾਂ ਨੇ ਆਖਿਆ ਸੀ ਵੀ ਅਗਰ ਜੇ ਬੀਜੇਪੀ ਨੂੰ ਪੈਸੇ ਦੀ ਲੋੜ ਆ ਤਾਂ ਮੈਂ ਤਾਂ ਦਿਆਂਗਾ। ਅਡਾਨੀ ਨੇ ਕਿਹਾ ਸੀ ਜੇ ਮੋਦੀ ਨੂੰ ਪ੍ਰਧਾਨ ਚੁਣਿਆ ਜਾਏਗਾ। ਜਦੋਂ ਮੋਦੀ ਨੂੰ ਪ੍ਰਧਾਨ ਚੁਣਿਆ ਜਾਂਦਾ ਉਸ ਤੋਂ ਬਾਅਦ ਮੋਦੀ ਜਿਹੜਾ ਆ ਉਹ ਅੰਬਾਨੀ ਤੇ ਅਡਾਨੀ ਦੀ ਜਿਹੜੀ ਆ ਉਹ 68 ਕਰੋੜ ਜਿਹੜੀ ਆ ਉਹਦਾ ਲੋਨ ਜਿਹੜਾ ਮਾਫ ਕਰ ਦਿੱਤਾ ਜਾਂਦਾ ਹੈ। ਹੁਣ ਉਹ ਵੇਖਿਆ ਵੀ ਜਿਹੜਾ ਹੁਣ ਸਾਰੇ ਕਾਰੋਬਾਰ ਸੈੱਟ ਹੋ ਗਏ, ਇੱਕੋ ਕਾਰੋਬਾਰ ਵਿੱਚ ਘਾਟਾ ਪੈਂਦਾ ਸੀ, ਹਰ ਕਾਰਜ ਕੋਲ ਘਾਟਾ ਪੈ ਸਕਦਾ ਸੀਗਾ। ਇਹ ਕਿਸਾਨੀ ਮੁੱਦਾ ਆ, ਕਿਸਾਨੀ ਖੇਤਰ ਇੱਕ ਇਹੋ ਜਿਹਾ ਆ ਜਿੱਥੇ ਕਦੇ ਉਹਨੂੰ ਘਾਟਾ ਨਹੀਂ ਪੈ ਸਕਦਾ। ਉਹਨੇ ਇਸ ਕਰਕੇ ਮੋਦੀ ਨੂੰ ਪ੍ਰੇਰਿਆ ਵੀ ਤੂੰ ਕਿਸੇ ਤਰੀਕੇ ਨਾਲ ਹੁਣ ਆ ਜਿਹੜਾ ਆਰਡੀਨੈਂਸ ਹੈ ਪਾਸ ਕਰ। ਸਾਡੇ ਕਿਸਾਨਾਂ ਦਾ ਇੱਕ ਇੰਜ ਕਹਿ ਲਓ ਵੀ ਦਿਲ ਐਡਾ ਵੱਡਾ ਹੈ, ਸਰਕਾਰ ਨੇ ਕਿਹਾ ਪੰਜਾਬ ਤੇ ਹਰਿਆਣਾ ਦਾ ਰੱਦ ਕਰ ਦਿੰਦੇ ਆ, ਕਹਿੰਦੇ ਨਹੀਂ ਸਭ ਦਾ ਹੀ ਕਰੋ। ਮਤਲਬ ਆਪਾਂ ਜ਼ਰੂਰੀ ਨਹੀਂ ਵੀ ਭੁੱਲੇ ਆਪਣਾ ਪੰਜਾਬ ਤੇ ਹਰਿਆਣਾ ਹੱਕ ਲੈ ਕੇ ਚਲਾ ਜਾਊ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆਖਦੀ ਵੀ ਜੇ ਬਿਹਾਰ ਹੈ ਤਾਂ ਉਹ ਕਰੋਲੇ, ਮਤਲਬ ਉਹ ਵੀ ਖਾ ਸਕਦਾ ਹੈ। ਇਸ ਕਰਕੇ ਸਾਨੂੰ ਗੁਰੂ ਨਾਨਕ ਨੇ ਇੰਨਾ ਵੱਡਾ ਵਿਸ਼ਾਲ ਦਾਇਰਾ ਦਿੱਤਾ ਆ ਤੇ ਆਪਾਂ ਇਸ ਚੀਜ਼ ਦੇ ਨਾਲ ਸਾਰੇ ਰਲ ਕੇ ਚੱਲਾਂਗੇ। ਜਦੋਂ ਹਿੰਦੁਸਤਾਨ ਦੀ ਧਰਤੀ ਤੇ ਅੱਜ ਦਾ ਜ਼ੁਲਮ ਢਾ ਰਿਹਾ ਸੀ ਬਾਬਰ ਜੀ, ਹਿੰਦੁਸਤਾਨ 'ਚੋਂ ਕੋਈ ਵੀ ਐਸਾ ਨਹੀਂ ਜਿਹੜਾ ਉਹਨੂੰ ਜਾਬਰ ਕਹਿ ਸਕੇ। ਜਾਬਰ ਕਿਹਾ ਬਾਬੇ ਨਾਨਕ ਨੇ ਜੀ। ਉਸੇ ਤਰੀਕੇ ਹੀ ਫਿਰ ਸਾਰਾ 10 ਪਾਤਸ਼ਾਹ ਦੇ ਇਤਿਹਾਸ ਵਿੱਚ ਸੱਚ ਦੀ ਆਵਾਜ਼ ਬੁਲੰਦ ਕੀਤੀ ਗਈ ਜੀ। ਬਾਬਾ ਬੰਦਾ ਸਿੰਘ ਬਹਾਦਰ ਵੀ ਆ ਕੇ ਸੱਚ ਤੇ ਪਹਿਰਾ ਦਿੰਦੇ ਨੇ, ਗਰੀਬਾਂ ਨੂੰ ਜ਼ਮੀਨਾਂ ਵੰਡਦੇ ਨੇ, ਹੱਕ ਦਿਵਾਉਂਦੇ ਨੇ। ਹੁਣ ਇੱਥੇ ਹੱਕ ਮਾਰਿਆ ਜਾ ਰਿਹਾ ਹੈ, ਜ਼ੁਲਮ ਕੀਤਾ ਜਾ ਰਿਹਾ ਹੈ। ਸਾਨੂੰ ਗੁਰੂ ਨਾਨਕ ਨੇ ਕਿਹਾ ਕਿਸੇ ਦਾ ਹੱਕ ਮਾਰਨਾ ਵੀ ਨਹੀਂਗਾ। ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਮੁਰਦਾ ਖਾਣ ਦੇ ਬਰਾਬਰ ਏ, ਹਿੰਦੂ ਵਾਸਤੇ ਗਾਂ ਦਾ ਮਾਸ ਖਾਣ ਦੇ ਬਰਾਬਰ ਏ, ਮੁਸਲਮਾਨ ਵਾਸਤੇ ਸੂਰ ਦਾ ਮਾਸ ਖਾਣ ਦੇ ਬਰਾਬਰ ਏ। ਮਹਾਭਾਰਤ ਦਾ ਕਾਰਨ ਕੀ ਬਣਦਾ ਹੈ? ਦੁਰਯੋਧਨ ਇਸ ਵਿੱਚ ਉਹ ਦੁਰਯੋਧਨ ਮੋਦੀ 'ਚ ਹੀ ਆ ਗਿਆ ਹੈ। ਸ਼੍ਰੀ ਕ੍ਰਿਸ਼ਨ ਜੀ ਉਸ ਸਮੇਂ ਦੇ ਅਵਤਾਰੀ ਪੁਰਖ ਜਾ ਕੇ 18 ਦਿਨ ਸਮਝਾਉਂਦੇ ਰਹੇ। 18 ਦਿਨ ਸਮਝਾਇਆ ਕਿ ਇਹ ਦੁਰਯੋਧਨ ਤੇਰੇ ਭਰਾ ਹੀ ਨੇ। ਜਿੱਦਾਂ ਮੋਦੀ ਕਹਿੰਦਾ ਸੀ ਸਾਰੇ ਮੇਰੇ ਭਰਾ ਹੀ ਭਰਾ ਨੇ, ਪਰ ਉਹ ਕਹਿੰਦਾ ਸਿਰਫ ਦੁਰਯੋਧਨ ਜਿਸ ਤਰ੍ਹਾਂ ਮੋਦੀ ਆਖਦਾ ਹੁਣ ਮੈਂ ਕੁਝ ਨਹੀਂ ਦੇਣਾ, ਮੈਂ ਹੀ ਲੁੱਟਣਾ, ਸਾਰਾ ਲੁੱਟਣਾ, ਬਸ ਲੁੱਟ ਕੇ ਸਾਰਾ ਮੀਡੀਆ ਨੂੰ ਦੇਣਾ ਤੇ ਆਪਣਾ ਪ੍ਰਚਾਰ ਕਰਨਾ ਜੈ ਜੈਕਾਰ ਦਾ। ਪਰ ਇਸ ਤਰ੍ਹਾਂ ਜੈ ਜੈ ਕਰਨੀ ਹੋਣੀ। ਗੁਰੂ ਸਾਹਿਬ ਜੀ ਬਾਣੀ 'ਚ ਬਚਨ ਕਰਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ। ਦੁਰਯੋਧਨ ਦਾ 12 ਕੋਹ ਤੱਕ ਹੁੰਦਾ, 12 ਯੋਜਨ ਕਿਹਾ ਬਾਣੀ 'ਚ, ਯੋਜਨ 4 ਕੋਹ ਦਾ ਇੱਕ ਯੋਜਨ ਹੁੰਦਾ, ਭਾਵ 48 ਕੋਹ ਤੱਕ ਹੁੰਦਾ। ਲਸ਼ਕਰੀ ਫੌਜਾਂ ਹੀ ਫੌਜਾਂ ਸਨ। ਏਡੀ ਏਡੀ ਫੌਜ ਸਾਰੀ ਮਾਰੀ ਗਈ, ਨਾ ਉਹ ਜ਼ਮੀਨਾਂ ਲਿਜਾ ਸਕਿਆ। ਅਖੀਰ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਪਾਈ, 12 ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਇਹ ਅਸ਼ਰ ਹੋਇਆ, ਉਹੀ ਅਸ਼ਰ ਮੋਦੀ ਦਾ ਹੋਣਾ ਹੈ। ਕਿਸਾਨੀ ਮੋਰਚੇ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਤੇ ਆਪਣੇ ਵੱਲੋਂ ਹਰ ਸੇਵਾ ਕਰਨ ਦੀ ਕੋਸ਼ਿਸ਼ ਯਤਨ ਕਰ ਰਹੀਆਂ ਨੇ। ਅਜਿਹੇ ਦੇ ਵਿੱਚ ਕੱਲ੍ਹ ਇੱਕ ਮੰਦਭਾਗੀ ਘਟਨਾ ਵੀ ਵਾਪਰੀ ਹੈ, ਜਿਸ ਦੇ ਵਿੱਚ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਕਿਹਾ ਜਾਂਦਾ ਵੀ ਉਹਨਾਂ ਨੇ ਆਤਮ ਹੱਤਿਆ ਕੀਤੀ। ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਵੀ ਉਸ ਨੂੰ ਆਤਮ ਹੱਤਿਆ ਨਾ ਕਿਹਾ ਜਾਵੇ, ਉਹਨਾਂ ਨੇ ਇੱਕ ਕੁਰਬਾਨੀ ਕੀਤੀ, ਬਲੀਦਾਨ ਕੀਤਾ। ਪਰ ਫਿਲਹਾਲ ਉਹਨਾਂ ਦੀ ਮੌਤ ਬਾਰੇ ਇੱਕ ਸਨਸਨੀ ਵੀ ਹੈ, ਉਸ ਨੂੰ ਕਤਲ ਦੇ ਤੌਰ 'ਤੇ ਵੀ ਵੇਖਿਆ ਜਾ ਰਿਹਾ ਹੈ। ਪਰ ਜੇਕਰ ਇੱਥੇ ਦੀਆਂ ਹੋਰ ਹੁਣ ਸ਼ਖਸੀਅਤਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਰੂਹਾਂ ਆ ਰਹੀਆਂ ਨੇ ਤੇ ਇਸ ਮੋਰਚੇ ਦੇ ਵਿੱਚ ਆਪੋ ਆਪਣਾ ਯੋਗਦਾਨ ਪਾ ਰਹੇ ਨੇ ਤੇ ਉਹਨਾਂ ਵਿੱਚੋਂ ਇੱਕ ਬਾਬਾ ਜੋਗਿੰਦਰ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਯੋਗਦਾਨ ਪਾ ਰਹੇ ਹੋ, ਕੀ ਲੈ ਕੇ ਆਏ ਹੋ ਜੀ ਅੱਜ? ਅਸੀਂ ਸੰਗਤ ਵਾਸਤੇ ਦੇਸੀ ਘਿਓ ਦੇ ਪਿੰਨੀਆਂ ਬਣਾ ਕੇ ਜਿੰਨੀਆਂ ਵੱਧ ਤੋਂ ਵੱਧ ਇਹ ਗੱਡੀ ਪੂਰੀ ਲੱਦ ਕੇ ਲੈ ਸਾਰੇ ਲੰਗਰਾਂ ਲਾਉਂਦੇ ਆ। ਦੁੱਧ, ਸੁੱਕਾ ਦੁੱਧ, ਮੂੰਗਫਲੀ, ਘਿਓ ਸਭ ਕੁਝ ਲਾਉਂਦੇ ਆ ਲੰਗਰਾਂ 'ਚ। ਹੁਣ ਇੱਥੇ ਲਾ ਕੇ ਅਸੀਂ ਗਾਜ਼ੀਆਬਾਦ ਵੀ ਜਾਣਾ, ਉੱਥੇ ਲੰਗਰ ਵੀ ਚੱਲਦਾ ਸਾਡਾ ਗਾਜ਼ੀਆਬਾਦ। ਇਹਨਾਂ ਕਾਨੂੰਨਾਂ ਨੂੰ ਜਾਂ ਫਿਰ ਨਰਿੰਦਰ ਮੋਦੀ ਨੇ ਹੁਣ ਤੱਕ ਇਹ ਭਰਾ ਬੈਠੇ ਨੇ ਕੋਈ ਦਰਦ ਨਹੀਂ ਹੈ ਹੁਕਮਰਾਨਾਂ ਨੂੰ, ਕੀ ਕਹਿੰਦੇ ਹੋ ਤੁਸੀਂ? ਨਰਿੰਦਰ ਮੋਦੀ ਨੇ ਬਹੁਤ ਗਲਤ ਕੰਮ ਆ, ਸੰਗਤ ਦੀ ਸੁਣਨੀ ਚਾਹੀਦੀ ਆ। ਔਰੰਗਜ਼ੇਬ ਵੀ ਆਇਆ ਵਾ ਪਰ ਉਹਦੇ ਕੋਲ ਵੀ ਨਹੀਂ ਇਹ ਗੱਲ ਹੋਈ। ਜਿਹੜੇ ਉਹ 2 ਤੋਂ 1 ਬਣਾਉਂਦਾ ਸੀ ਉਹ 1 ਨਹੀਂ ਬਣਿਆ, 3 ਬਣ ਗਏ। ਹੁਣ ਇਹ 1 ਬਣਾਉਣੇ, 3 ਤੋਂ 1 ਬਣਾਉਣ ਚਾਹੁੰਦਾ ਵਾ ਪਰ ਉਹ ਵੀ ਨਹੀਂ ਬਣਨਾ।
ਇਹਦੇ ਜੋ ਪ੍ਰਮਾਤਮਾ ਉਹ ਅਕਾਲ ਪੁਰਖ ਨੂੰ ਮਨਜ਼ੂਰ ਆ ਉਹ ਹੁੰਦਾ ਵਾ। ਕਿਸਾਨਾਂ ਦੇ ਪੋਤਿਆਂ ਮੈਂ ਬਾਬਾ ਵਾ ਜ਼ਰੂਰ, ਪਰ ਕਿਸਾਨੀ ਆ ਸਾਡੇ ਘਰ, ਮੇਰੇ ਭਰਾ ਵੀ ਕਿਸਾਨੀ ਕਰਦੇ ਆ, ਕਿਸਾਨਾਂ ਦੇ ਹਿੱਤ ਵਿੱਚ ਆਏ ਆ, ਕਿਸਾਨਾਂ ਨਾਲ ਹਰ ਥਾਂ ਨਾਲ ਆ, ਭਾਵੇਂ ਸੀਰ ਵੀ ਦੇਣਾ ਪਵੇ ਦੇਵਾਂਗੇ, ਜਿੱਥੇ ਵੀ ਗੋਲੀ ਖਾਣੀ ਪਏ ਖਾਵਾਂਗੇ ਕਿਸਾਨਾਂ ਵਾਸਤੇ। ਤੇ ਬਾਬਾ ਜੀ ਜੋ ਕੱਲ ਘਟਨਾ ਘਟੀ ਹੈ ਜੀ ਬਾਬਾ ਰਾਮ ਸਿੰਘ ਜੀ ਨੇ ਜੋ ਕੀਤਾ ਉਹਨੂੰ ਕਿਵੇਂ ਵੇਖਦੇ ਹੋ ਜੀ ਤੁਸੀਂ? ਬਹੁਤ ਹੀ ਮੰਦਭਾਗੀ ਘਟਨਾ ਹੋਈ ਆ। ਉਹਨਾਂ ਕੋਲ ਜਰਿਆ ਨਹੀਂ ਗਿਆ, ਕਿਸਾਨ ਟਰਾਲੀਆਂ ਹਲੇ ਪਏ ਵੇਖ ਕੇ। ਸਾਡੇ ਕੋਲ ਵੀ ਇੱਕ ਦਿਨ ਵੀਡੀਓ ਆਈ, ਇੱਕ ਆਉਣ ਡਿਆ ਕਿਸਾਨ ਸਾਈਕਲ ਤੇ ਉਹ ਰੋਈ ਗਿਆ, ਪਰ ਮੈਨੂੰ ਵੀ ਸਾਰੀ ਰਾਤ ਨੀਂਦ ਨਹੀਂ ਆਈ, ਮੇਰਾ ਵੀ ਮਨ ਭਰ ਗਿਆ ਉਸ ਦਿਨ। ਉਹ ਬਾਬਾ ਜੀ ਕੋਲ ਜਰਿਆ ਨਹੀਂ ਗਿਆ, ਬਾਬਾ ਜੀ ਨੇ ਆਪ ਸਰੀਰ ਛੱਡਤਾ। ਇਹ ਜਿਹੜੇ ਉਹਨਾਂ ਨੂੰ ਜੋੜਦੇ ਆ, ਕਤਲ ਕੀਤਾ ਗਾ ਗਲਤ ਗੱਲ ਆ, ਉਹਨਾਂ ਦੀ ਸ਼ਹੀਦੀ ਆ, ਉਹਨਾਂ ਨੇ ਆਪ ਸਰੀਰ ਛੱਡਿਆ ਵਾ। ਮੌਤ ਨਹੀਂ ਕਹਿ ਸਕਦੇ ਉਹਨੂੰ, ਉਹਨਾਂ ਨੇ ਆਪਣਾ ਬਲੀਦਾਨ ਦਿੱਤਾ, ਸ਼ਹਾਦਤ ਦਿੱਤੀ ਆ। ਤੇ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਬਹੁਤ ਸਾਰੇ ਸੇਵਾਦਾਰ ਹੋਣਗੇ ਜਾਂ ਫਿਰ ਉਹਨਾਂ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਹੋਣਗੀਆਂ, ਜੇ ਉਹ ਵੀ ਸੋਚਣ ਵੀ ਹੁਣ ਅਸੀਂ ਵੀ ਇਹ ਕਰ ਲਈਏ ਤਾਂ ਉਹਨਾਂ ਨੂੰ ਕੀ ਸੰਦੇਸ਼ ਆ ਗਾਂ ਦੇ ਲਈ ਜੀ? ਗਲਤ ਗੱਲ ਆ ਜੀ, ਇਹ ਨਹੀਂ ਗਲਤ ਗੱਲ ਆ, ਇਹ ਸੰਘਰਸ਼ ਲੜਨਾ ਚਾਹੀਦਾ। ਉਹ ਸੰਘਰਸ਼ ਵਿੱਚ ਆਏ ਸੀਗੇ, ਉਹਨਾਂ ਕੋਲ ਸਿੱਖ ਕੌਮ ਦਾ ਨਹੀਂ ਜਰਿਆ ਗਿਆ, ਕਿਸਾਨਾਂ ਦਾ ਨਹੀਂ ਜਰਿਆ ਗਿਆ। ਉਹ ਹਰ ਇੱਕ ਵਰਗ ਦੇ ਕਿਸਾਨ ਨਾਲ ਪਿਆਰ ਕਰਦੇ ਆ, ਕਿਉਂ ਕਿਸਾਨੀ ਨਾਲ ਜੁੜੇ ਆ, ਅਸੀਂ ਵੀ ਕਿਸਾਨੀ ਨਾਲ ਜੁੜੇ ਆ, ਸਾਰੇ ਕਿਸਾਨੀ ਨਾਲ ਜੁੜੇ ਆ। ਇਸ ਕਰਕੇ ਉਹਨਾਂ ਨੇ ਆਪਣਾ ਸਰੀਰ ਲੜਨਾ ਚਾਹੀਦਾ, ਪਰ ਉਹਨਾਂ ਸਰੀਰ ਛੱਡਤਾ। ਵੈਸੇ ਬਹੁਤ ਉਹਦੀ ਸ਼ਹੀਦੀ ਉਹਦੀ ਚੜ੍ਹਦੀ ਕਲਾ ਵਿੱਚ ਹੋਣੀ ਚਾਹੀਦੀ ਆ, ਤੇ ਇਸ ਗੱਲ ਨੂੰ ਜਿਹੜੇ ਜੋੜਦੇ ਉਹ ਗਲਤ ਆ ਜੀ। ਹਾਂ, ਤੁਸੀਂ ਕਿਵੇਂ ਵੇਖਦੇ ਹੋ ਜੀ? ਅਸੀਂ ਤਾਂ ਜੀ ਵੇਖਦੇ ਹਾਂ ਵੀ ਸੰਤਾਂ ਨੇ ਚਲੋ ਸਰੀਰ ਛੱਡਿਆ ਹੋਣਾ, ਜੇ ਪੂਰਾ ਪਤਾ ਨਹੀਂ ਲੱਗ ਸਕਿਆ, ਪਰ ਚਲੋ ਜੋ ਵੀ ਆ, ਜੇ ਸੰਤਾਂ ਨੇ ਕਿਸਾਨਾਂ ਪ੍ਰਤੀ ਕੋਈ ਸੇਵਾ ਕੀਤੀ ਆ ਤੇ ਬਹੁਤ ਵੱਡੀ ਸੇਵਾ ਜੀ, ਇਹਦੇ ਸ਼ਹੀਦਾਂ ਦੇ ਤੌਰ ਤੇ ਮੰਨਿਆ ਜਾਣਾ ਚਾਹੀਦਾ ਉਹਨਾਂ ਨੂੰ। ਤੁਸੀਂ ਵੀ ਅਨੰਦਪੁਰ ਸਾਹਿਬ ਤੋਂ ਆਏ ਜੀ? ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ, ਬਾਬਾ ਜੀ ਦਾ ਡੇਰਾ ਇੱਕ ਠੱਠੀਆਂ ਵੀ ਆ ਜੀ, ਅੰਮ੍ਰਿਤਸਰ ਜ਼ਿਲ੍ਹੇ 'ਚ ਜੰਡਿਆਲਾ ਗੁਰੂ, ਉੱਥੇ ਸਾਰਾ ਸਮਾਨ ਬਣਿਆ ਜੀ। ਇਹ ਖੋਏ ਦੀਆਂ ਪਿੰਨੀਆਂ, ਗਜਰੇਲਾ, ਵੇਸਣ ਦੀਆਂ ਪਿੰਨੀਆਂ ਜੀ, ਪੰਜੀਰੀ, ਫਿਰ ਦੁੱਧ, ਘਿਓ, ਸਾਰਾ ਕੁਝ ਬਾਬਾ ਜੀ ਉੱਥੋਂ ਲੈ ਕੇ ਸੰਗਤ ਸਾਰੀ ਉੱਥੋਂ ਤੁਰੀ ਆ ਜੀ, ਜੰਡਿਆਲਾ ਗੁਰੂ ਤੋਂ ਜੀ। ਹਾਂਜੀ ਹਾਂਜੀ। ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਗਿਆ ਸੀਗਾ, ਬਹੁਤ ਸਵਾਲ ਖੜੇ ਹੋ ਗਏ ਸੀ ਵੀ ਸੁਪਰੀਮ ਕੋਰਟ ਕੀ ਫੈਸਲਾ ਲਓਗੇ। ਅੱਜ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਜੀ। ਉਹਨਾਂ ਨੇ ਕਿਹਾ ਕਿਸਾਨ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਜਿਹੜਾ ਇਹ ਮਾਰਚ ਕਰ ਰਹੇ ਨੇ ਜਾਂ ਫਿਰ ਧਰਨਾ ਹੈ, ਇਹਨੂੰ ਜਾਰੀ ਰੱਖਿਆ ਜਾਵੇ। ਕੇਂਦਰ ਸਰਕਾਰ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਕਰੇਗੀ, ਇਹ ਪੀਸਫੁਲੀ ਢੰਗ ਦੇ ਨਾਲ ਚੱਲ ਰਿਹਾ ਹੈ। ਤੇ ਪਰ ਇਹ ਕਿਹਾ ਗਿਆ, ਕੇਂਦਰ ਤੋਂ ਜਵਾਬ ਮੰਗਿਆ ਗਿਆ ਵੀ ਦੱਸੋ ਇੱਥੇ ਗੜਬੜ ਕੀ ਕਰ ਰਹੇ ਨੇ ਇਹ, ਜੇ ਕੋਈ ਗੜਬੜ ਕਰ ਰਹੇ ਨੇ, ਦੰਗਾ ਫਸਾਦ ਕਰ ਰਹੇ ਨੇ ਤਾਂ ਦੱਸਿਆ ਜਾਵੇ, ਅਦਰਵਾਈਜ਼ ਉਹਨਾਂ ਦਾ ਮੌਲਿਕ ਅਧਿਕਾਰ ਹੈ, ਉਹਨਾਂ ਨੂੰ ਕਰਨ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਜੀ? ਅਸੀਂ ਸਹੀ ਮੰਨਦੇ ਹਾਂ ਜੀ, ਜੋ ਇਹਨਾਂ ਦਾ ਅਧਿਕਾਰ ਆ ਕਿਸਾਨਾਂ ਦਾ ਮੰਗ ਰਿਹਾ, ਕੋਈ ਪੀਸਫੁਲੀ ਆ, ਕੋਈ ਇਹੋ ਜਿਹਾ ਕੋਈ ਲੜਾਈ ਝਗੜਾ ਨਹੀਂ ਹੋ ਰਿਹਾ, ਕੋਈ ਆਪਣਾ ਬਹਿ ਕੇ ਹੱਕ ਮੰਗਦੇ ਪਏ ਨੇ, ਹੱਕ ਦੇਣੇ ਚਾਹੀਦੇ ਮੋਦੀ ਸਰਕਾਰ ਨੂੰ। ਹੁਣ ਅਗਲਾ ਫੈਸਲਾ ਇਸ ਤਰ੍ਹਾਂ ਵੀ ਹੋਣਾ ਚਾਹੀਦਾ ਵੀ ਇਹਨਾਂ ਨੂੰ ਕਾਨੂੰਨ ਵੀ ਵਾਪਸ ਕੀਤੇ ਜਾਣ ਜੀ। ਆਹ ਕਾਨੂੰਨ ਸਾਰੇ ਵਾਪਸ ਲੈ ਜਾਣ ਜੀ, ਉਹ ਸੁਪਰੀਮ ਕੋਰਟ ਨੂੰ ਵੀ ਦੇਣਾ ਚਾਹੀਦਾ ਜੀ, ਵਿੱਚ ਇਨਵੋਲਵ ਹੋਣਾ ਚਾਹੀਦਾ। ਸਾਡੀ ਸਭ ਤੋਂ ਹਾਈ ਤੇ ਸੁਪਰੀਮ ਪਾਵਰ ਤੇ ਸੁਪਰੀਮ ਕੋਰਟ ਹੀ ਆ ਨਾ ਜੀ। ਨਾਮ ਕੀ ਜੀ ਤੁਹਾਡਾ? ਬਲਬੀਰ ਸਿੰਘ। ਕੀ ਕੰਮ ਕਰਦੇ ਹੋ ਜੀ ਤੁਸੀਂ? ਅਸੀਂ ਖੇਤੀਬਾੜੀ ਜੀ। ਠੀਕ ਹੈ, ਹਾਂਜੀ। ਤੁਸੀਂ ਵੀਰ ਜੀ? ਵੀਰ ਜੀ ਮੇਰਾ ਨਾਂ ਹੀਰਾ ਸਿੰਘ ਹੈ, ਮੈਂ ਉਹਦਾ ਕੱਥਾਵਾਸ ਦੀ ਡਿਊਟੀ ਕਰਦਾ ਵੀਰ ਜੀ। ਅੱਛਾ ਜੀ। ਹਾਂਜੀ ਵੀਰ ਜੀ। ਇਹ ਵੀਰ ਜੀ ਮੈਂ ਇਸ ਚੀਜ਼ ਵਿੱਚ ਵੇਖਦਾ ਹਾਂ ਵੀ ਮਤਲਬ ਜੇ ਕਿਸਾਨੀ ਤੌਰ 'ਤੇ ਜੇ ਕੰਮ ਸ਼ੁਰੂ ਹੁੰਦਾ ਨਾ, ਇਹਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਪਹਿਲਾਂ ਰਚੀ ਜਾਂਦੀ ਹੈ, ਕਿਉਂਕਿ ਜਦੋਂ ਲੋਕ ਸਭਾ ਚੋਣਾਂ ਦਾ ਜੋ ਪ੍ਰਚਾਰ ਚੱਲਦਾ ਸੀ ਨਾ, ਉਸ ਵੇਲੇ ਅੰਬਾਨੀ ਤੇ ਅਡਾਨੀ ਹੁਣਾਂ ਨੇ ਆਖਿਆ ਸੀ ਵੀ ਅਗਰ ਜੇ ਬੀਜੇਪੀ ਨੂੰ ਪੈਸੇ ਦੀ ਲੋੜ ਆ ਤਾਂ ਮੈਂ ਤਾਂ ਦਿਆਂਗਾ। ਅਡਾਨੀ ਨੇ ਕਿਹਾ ਸੀ ਜੇ ਮੋਦੀ ਨੂੰ ਪ੍ਰਧਾਨ ਚੁਣਿਆ ਜਾਏਗਾ। ਜਦੋਂ ਮੋਦੀ ਨੂੰ ਪ੍ਰਧਾਨ ਚੁਣਿਆ ਜਾਂਦਾ ਉਸ ਤੋਂ ਬਾਅਦ ਮੋਦੀ ਜਿਹੜਾ ਆ ਉਹ ਅੰਬਾਨੀ ਤੇ ਅਡਾਨੀ ਦੀ ਜਿਹੜੀ ਆ ਉਹ 68 ਕਰੋੜ ਜਿਹੜੀ ਆ ਉਹਦਾ ਲੋਨ ਜਿਹੜਾ ਮਾਫ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਸਿਲਸਿਲਾ ਆ ਉਹ ਇਹ ਸਾਰੇ ਲੋਨ ਮਾਫ ਕਰ ਦਿੱਤੇ ਜਾਂਦੇ ਆ। ਮੁੜ ਕੇ ਅਡਾਨੀ ਦਾ ਆਸਟ੍ਰੇਲੀਆ ਵਿੱਚ ਕਾਰੋਬਾਰ ਵੱਡਾ ਕਰਨ ਵਾਸਤੇ 67,000 ਕਰੋੜ ਜਿਹੜਾ ਲੋਨ ਆ ਉਹ ਮੋਦੀ ਉਹਨੂੰ ਦਿੰਦਾ ਆ। ਉਹ ਆਪਣਾ ਕਾਰੋਬਾਰ ਜਾ ਕੇ ਆਸਟ੍ਰੇਲੀਆ ਸ਼ੁਰੂ ਕਰ ਦਿੰਦਾ। ਹੁਣ ਉਹ ਵੇਖਿਆ ਵੀ ਜਿਹੜਾ ਹੁਣ ਸਾਰੇ ਕਾਰੋਬਾਰ ਸੈੱਟ ਹੋ ਗਏ, ਇੱਕੋ ਕਾਰੋਬਾਰ ਵਿੱਚ ਘਾਟਾ ਪੈਂਦਾ ਸੀ, ਹਰ ਕਾਰਜ ਕੋਲ ਘਾਟਾ ਪੈ ਸਕਦਾ ਸੀਗਾ। ਇਹ ਕਿਸਾਨੀ ਮੁੱਦਾ ਆ, ਕਿਸਾਨੀ ਖੇਤਰ ਇੱਕ ਇਹੋ ਜਿਹਾ ਆ ਜਿੱਥੇ ਕਦੇ ਉਹਨੂੰ ਘਾਟਾ ਨਹੀਂ ਪੈ ਸਕਦਾ। ਉਹਨੇ ਇਸ ਕਰਕੇ ਮੋਦੀ ਨੂੰ ਪ੍ਰੇਰਿਆ ਵੀ ਤੂੰ ਕਿਸੇ ਤਰੀਕੇ ਨਾਲ ਹੁਣ ਆ ਜਿਹੜਾ ਆਰਡੀਨੈਂਸ ਹੈ ਪਾਸ ਕਰ। ਹਾਲਾਂਕਿ ਬਣਾਇਆ ਉਹਨਾਂ ਵੱਲੋਂ ਗਿਆ ਹੈ, ਪਾਸ ਇਹਨੇ ਕੀਤਾ ਹੋਇਆ। ਹੁਣ ਜਿਹੜਾ ਉਹਨੇ ਬਣਾਇਆ ਹੋਇਆ ਪਾਸ ਇਹਦੇ ਕੀਤਾ ਤੇ ਇਹਦੇ ਕਰਕੇ ਹੁਣ ਇਹਨਾਂ ਸਾਰੇ ਲੋਕਾਂ ਦਾ ਜ਼ੋਰ ਲੱਗਾ ਹੈ ਵੀ ਆਪਾਂ ਜਿਹੜਾ ਆ ਇਹ ਕਾਲਾ ਕਾਨੂੰਨ ਜਿਹੜਾ ਉੱਪਰ ਥੋਪ ਦਿੱਤਾ ਜਾਏ। ਮਤਲਬ ਥੋਪਣ ਵਾਲੀ ਗੱਲ ਹੈ। ਹੁਣ ਵੀ ਛੋਟੀ ਜਿਹੀ ਉਦਾਹਰਨ ਦੇਣਾ, ਬਿਹਾਰ ਦੇ ਵਿੱਚ ਹੁੰਦਾ ਹੈ। ਬਿਹਾਰ ਦੇ ਵਿੱਚ ਆਰਡੀਨੈਂਸ ਪਾਸ ਹੋਇਆ, ਹੁਣ ਫਸਲ ਉੱਥੇ ਪਈ ਹੋਈ ਆ,
ਹੁਣ ਪਈ ਹੈ, ਪਈ ਨੂੰ 10 ਦਿਨ ਪਏ ਹੋ ਗਏ ਨੇ, ਪਰ ਉੱਥੇ ਕੀ ਹੁੰਦਾ ਹੈ, ਜਿਹੜਾ ਕੋਈ ਬਾਹਰੋਂ ਵਪਾਰੀ ਆਉਂਦਾ ਹੈ ਨਾ, ਉਹ ਮਰਜ਼ੀ ਉਹ ਲਾਉਂਦਾ ਵੀ ਮੈਂ ਮੱਕੀ ਲੈਣੀ ਜਾਂ ਸੋਇਆਬੀਨ ਲੈਣੀ ਹੈ 150 ਰੁਪਈਆ ਕੁਇੰਟਲ ਲੈਣੀ ਆ, ਹਾਂਜੀ, ਜਾਂ ਮੈਂ 150 ਕੁਇੰਟਲ ਲੈ, ਜਦੋਂ ਉਹ ਵਿਚਾਰਾ ਕਹਿੰਦਾ ਸੋਚਦਾ ਪਈ ਤੇ ਖਰਾਬ ਹੀ ਹੋ ਰਹੀ ਆ, ਜਦੋਂ ਉਹ ਲੈ ਲੈਂਦਾ 150 ਰੁਪਈਆ ਕੁਇੰਟਲ ਲੈ ਲੈਂਦਾ, ਉਹ ਜਦੋਂ ਮਾਰਕੀਟ 'ਚ ਆਉਂਦੀ ਉਹ 150 ਰੁਪਈਆ ਕਿਲੋ ਹੋ ਜਾਂਦੀ ਆ। ਹੁਣ ਇਹ ਚੀਜ਼ ਜਿਹੜੀ ਆ ਉਹ ਆਣ ਕੇ ਇੱਥੇ ਪੰਜਾਬ ਵਿੱਚ ਵੀ ਉਹ ਕਰਨਾ ਚਾਹੁੰਦੇ ਸੀਗੇ। ਹੁਣ ਜਿਹਦੇ ਕਰਕੇ ਸਾਨੂੰ ਇਸ ਗੱਲ ਦਾ ਪਤਾ ਲੱਗਾ, ਨੌਜਵਾਨ ਨੂੰ ਪਤਾ ਲੱਗਾ, ਸਾਡੇ ਬਜ਼ੁਰਗਾਂ ਨੂੰ ਪਤਾ ਲੱਗਾ, ਉਹਨਾਂ ਇਸ ਗੱਲ ਦਾ ਪ੍ਰੋਟੈਸਟ ਸ਼ੁਰੂ ਕੀਤਾ ਵੀ ਆਪਾਂ ਨੂੰ ਇਹ ਚੀਜ਼ ਪ੍ਰਵਾਨ ਨਹੀਂ ਹੈਗੀ ਵੀ ਜੋ ਪੰਜਾਬ ਜੋ ਬਾਕੀ ਸਟੇਟਾਂ ਵਿੱਚ ਹੋਇਆ ਆਪਾਂ ਪੰਜਾਬ ਵਿੱਚ ਨਹੀਂ ਹੋਣ ਦੇਣਾ। ਕੋਡੀਆਂ ਦੇ ਭਾਅ ਖਰੀਦ ਕੇ ਹੀਰਿਆਂ ਦੇ ਭਾਅ ਵੇਚਦੇ। ਬਿਲਕੁਲ ਜੀ ਬਿਲਕੁਲ। ਇਹ ਇਸ ਕਰਕੇ ਸੋਚਿਆ, ਹੁਣ ਉਹਨਾਂ ਨੇ ਸੋਚਿਆ ਵੀ ਦੇਖੋ ਸਾਡੇ ਕਿਸਾਨਾਂ ਦਾ ਇੱਕ ਇੰਜ ਕਹਿ ਲਓ ਵੀ ਦਿਲ ਐਡਾ ਵੱਡਾ ਹੈ, ਸਰਕਾਰ ਨੇ ਕਿਹਾ ਪੰਜਾਬ ਤੇ ਹਰਿਆਣਾ ਦਾ ਰੱਦ ਕਰ ਦਿੰਦੇ ਆ, ਕਹਿੰਦੇ ਨਹੀਂ ਸਭ ਦਾ ਹੀ ਕਰੋ। ਮਤਲਬ ਆਪਾਂ ਜ਼ਰੂਰੀ ਨਹੀਂ ਵੀ ਭੁੱਲੇ ਆਪਣਾ ਪੰਜਾਬ ਤੇ ਹਰਿਆਣਾ ਹੱਕ ਲੈ ਕੇ ਚਲਾ ਜਾਊ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆਖਦੀ ਵੀ ਜੇ ਬਿਹਾਰ ਹੈ ਤਾਂ ਉਹ ਕਰੁਲੇ, ਮਤਲਬ ਉਹ ਵੀ ਖਾ ਸਕਦਾ ਹੈ। ਇਸ ਕਰਕੇ ਸਾਨੂੰ ਗੁਰੂ ਨਾਨਕ ਨੇ ਇੰਨਾ ਵੱਡਾ ਵਿਸ਼ਾਲ ਦਾਇਰਾ ਦਿੱਤਾ ਆ ਤੇ ਆਪਾਂ ਇਸ ਚੀਜ਼ ਦੇ ਨਾਲ ਸਾਰੇ ਰਲ ਕੇ ਚੱਲਾਂਗੇ ਸਰਬੱਤ ਦੇ ਭਲੇ। ਕਥਾ ਦੌਰਾਨ ਇਹ ਚੀਜ਼ਾਂ ਦੱਸੀਆਂ ਜੀ? ਬਿਲਕੁਲ ਜੀ, ਮੈਂ ਹਰ ਵਾਰੀ ਤਕਰੀਬਨ ਜਿੱਥੇ ਵੀ ਕਥਾ ਕਰਦਾ ਆ ਇਸ ਚੀਜ਼ ਦਾ ਜ਼ਿਕਰ ਮੈਂ ਹਰ ਵਾਰੀ ਕਰਦਾ ਵੀ ਜੋ ਸਾਡੇ ਅੱਜ, ਕਿਉਂਕਿ ਸਾਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਕ 'ਚ ਲੜਨ ਵਾਸਤੇ ਜ਼ਿਕਰ ਕੀਤਾ ਹੋਇਆ। ਨਾਮ ਕੀ ਜੀ ਤੁਹਾਡਾ? ਮੇਰਾ ਨਾਮ ਹੀਰਾ ਸਿੰਘ ਵੀਰ ਜੀ। ਵਾਕਈ ਹੀਰਾ ਹੋ ਤੁਸੀਂ ਜੀ। ਧੰਨਵਾਦ ਵੀਰ ਜੀ। ਬਹੁਤ ਸ਼ੁਕਰੀਆ ਜੀ। ਟਰਾਂਸਪੋਰਟਰ ਹਾਂਜੀ ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਨੇ ਸਾਨੂੰ ਸੱਚ ਦੀ ਬਾਤ ਕਰਨ ਕਿਹਾ ਗਿਆ ਹੈ। ਜੀ ਜਦੋਂ ਹਿੰਦੁਸਤਾਨ ਦੀ ਧਰਤੀ ਤੇ ਅੱਧ ਦਾ ਜ਼ੁਲਮ ਢਾ ਰਿਹਾ ਸੀ ਬਾਬਰ, ਜੀ ਹਿੰਦੁਸਤਾਨ 'ਚੋਂ ਕੋਈ ਵੀ ਐਸਾ ਨਹੀਂ ਜਿਹੜਾ ਉਹਨੂੰ ਜਾਬਰ ਕਹਿ ਸਕੇ। ਜਾਬਰ ਕਿਹਾ ਬਾਬੇ ਨਾਨਕ ਨੇ। ਜੀ ਉਸੇ ਤਰੀਕੇ ਹੀ ਫਿਰ ਸਾਰਾ 10 ਪਾਤਸ਼ਾਹ ਦੇ ਇਤਿਹਾਸ ਵਿੱਚ ਸੱਚ ਦੀ ਆਵਾਜ਼ ਬੁਲੰਦ ਕੀਤੀ ਗਈ ਜੀ। ਜੀ ਜੀ। ਬਾਬਾ ਬੰਦਾ ਸਿੰਘ ਬਹਾਦਰ ਵੀ ਆ ਕੇ ਸੱਚ ਤੇ ਪਹਿਰਾ ਦਿੰਦੇ ਨੇ, ਗਰੀਬਾਂ ਨੂੰ ਜ਼ਮੀਨਾਂ ਵੰਡਦੇ ਨੇ, ਹੱਕ ਦਿਵਾਉਂਦੇ ਨੇ। ਹੁਣ ਇੱਥੇ ਹੱਕ ਮਾਰਿਆ ਜਾ ਰਿਹਾ ਹੈ, ਜ਼ੁਲਮ ਕੀਤਾ ਜਾ ਰਿਹਾ ਹੈ। ਆਪਣੇ ਹੱਕ ਮੰਗਣ ਲਈ ਆਏ ਹਾਂ ਅਸੀਂ, ਹੱਕ ਲੈਣਾ ਆਪਣਾ ਫਰਜ਼ ਵੇ। ਜੀ ਸਾਨੂੰ ਗੁਰੂ ਨਾਨਕ ਨੇ ਕਿਹਾ ਕਿਸੇ ਦਾ ਹੱਕ ਮਾਰਨਾ ਵੀ ਨਹੀਂਗਾ। ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਮੁਰਦਾ ਖਾਣ ਦੇ ਬਰਾਬਰ ਏ, ਹਿੰਦੂ ਵਾਸਤੇ ਗਾਂ ਦਾ ਮਾਸ ਖਾਣ ਦੇ ਬਰਾਬਰ ਏ, ਮੁਸਲਮਾਨ ਵਾਸਤੇ ਸੂਰ ਦਾ ਮਾਸ ਖਾਣ ਦੇ ਬਰਾਬਰ ਏ। ਹੱਕ ਨਹੀਂ ਮਾਰਨਾ। ਜੇ ਪਹਿਲੀ ਗੱਲ ਕਰੀਏ ਮਹਾਭਾਰਤ ਦਾ ਕਾਰਨ ਕੀ ਬੰਦਾ ਹੈ? ਦੁਰਯੋਧਨ ਇਸ ਵਿੱਚ ਉਹ ਦੁਰਯੋਧਨ ਮੋਦੀ 'ਚ ਹੀ ਆ ਗਿਆ ਹੈ। ਸੱਚਾਈ ਹੈ। ਉਹ ਦੁਰਯੋਧਨ ਵਾਲੀ ਬਿਰਤੀ, ਹਰਨਾਕਸ਼ ਵਾਲੀ ਬਿਰਤੀ, ਦੁਸ਼ਯੰਤ ਵਾਲੀ ਬਿਰਤੀ, ਸਾਰੀਆਂ ਬਿਰਤੀਆਂ ਉਹਦੇ 'ਚ ਆ ਗਈਆਂ ਨੇ, ਦੁਸ਼ਟ ਬਿਰਤੀਆਂ। ਉੱਥੇ ਸ਼੍ਰੀ ਕ੍ਰਿਸ਼ਨ ਜੀ ਉਸ ਸਮੇਂ ਦੇ ਅਵਤਾਰੀ ਪੁਰਖ ਜਾ ਕੇ 18 ਦਿਨ ਸਮਝਾਉਂਦੇ ਰਹੇ। 18 ਦਿਨ ਸਮਝਾਇਆ ਕਿ ਇਹ ਦੁਰਯੋਧਨ ਤੇਰੇ ਭਰਾ ਹੀ ਨੇ। ਜਿੱਦਾਂ ਮੋਦੀ ਕਹਿੰਦਾ ਸੀ ਸਾਰੇ ਮੇਰੇ ਭਰਾ ਹੀ ਭਰਾ ਨੇ, ਪਰ ਉਹ ਕਹਿੰਦਾ ਸਿਰਫ। ਜੀ ਜੀ। ਦੁਰਯੋਧਨ ਨੂੰ ਸਮਝਾਇਆ ਸ਼੍ਰੀ ਕ੍ਰਿਸ਼ਨ ਤੇਰੇ ਭਰਾ ਨੇ ਬਈ, ਉਹਨਾਂ ਨੂੰ ਦੇਖ ਤੂੰ ਹੱਕ ਨਾ ਦੇ ਚੱਲ। ਉਹਨਾਂ ਨੇ ਹੱਕ ਹੀ ਛੱਡਤਾ, ਕਹਿੰਦੇ ਇਹਨਾਂ ਰਾਜ ਭਗਤ ਸਾਰਾ ਇਹਨਾਂ ਦਾ ਸੀਗਾ, ਪਰ ਇਹਨਾਂ ਨੇ ਸਿਰਫ ਅੱਧਾ ਰਾਜ ਭਗਤ ਦੀ ਅੱਧਾ ਹੱਕ ਨਹੀਂ ਮੰਗਦੇ ਪਏ। ਇੱਕ ਸਿਰਫ 5 ਪਿੰਡ ਦੇ ਛੋਟੇ 5 ਪਿੰਡ ਗ੍ਰਾਮ ਦੇ ਇਹ ਮਹਾਭਾਰਤ ਨਹੀਂ ਹੋਗੀ, ਲੜਾਈ ਨਹੀਂ ਹੋਵੇਗੀ। ਦੁਰਯੋਧਨ ਜਿਸ ਤਰ੍ਹਾਂ ਮੋਦੀ ਆਖਦਾ ਹੁਣ ਮੈਂ ਕੁਝ ਨਹੀਂ ਦੇਣਾ, ਮੈਂ ਹੀ ਲੁੱਟਣਾ, ਸਾਰਾ ਲੁੱਟਣਾ, ਬਸ ਲੁੱਟ ਕੇ ਸਾਰਾ ਮੀਡੀਆ ਨੂੰ ਦੇਣਾ ਤੇ ਆਪਣਾ ਪ੍ਰਚਾਰ ਕਰਨਾ ਜੈ ਜੈਕਾਰ ਦਾ। ਪਰ ਇਸ ਤਰ੍ਹਾਂ ਜੈ ਜੈਕਾਰ ਨਹੀਂ ਹੋਣੀ। ਜੇ ਉਹ ਭਲੇ ਕੰਮ ਕਰੇਗਾ ਵਾਕਈ ਜੈ ਜੈਕਾਰ ਹੋਏਗੀ, ਫਿਰ ਹਰ ਘਰ ਮੋਦੀ ਹੋਏਗਾ। ਪਰ ਇਹ ਲੁੱਟ ਖਸੁੱਟ ਕਰਕੇ ਹਰ ਘਰ ਮੋਦੀ ਕਰਨਾ ਚਾਹੁੰਦਾ, ਉਹ ਹੋਣਾ ਨਹੀਂ ਹੋਣਾ, ਕਿਉਂਕਿ ਸਾਰੇ ਜਾਗਰੂਕ ਹੋ ਗਏ ਨੇ। ਉਸ ਸਮੇਂ ਸ਼੍ਰੀ ਕ੍ਰਿਸ਼ਨ ਜੀ ਨੇ 18 ਦਿਨ ਸਮਝਾਇਆ, ਨਹੀਂ ਸਮਝਿਆ ਤੇ ਕਹਿੰਦਾ 5 ਪਿੰਡ ਤੱਕ ਹੀ ਮੈਂ ਇੱਕ ਸੂਈ ਦੀ ਨੋਕ ਦੇ ਬਰਾਬਰ ਵੀ ਜ਼ਮੀਨ ਨਹੀਂ ਦੇਣੀ। ਸੂਈ ਦੀ ਨੋਕ ਦੇ ਬਰਾਬਰ ਵੀ ਜ਼ਮੀਨ ਦੇਣੀ, ਇਹ ਸਾਰਾ ਰਾਜਪਾਟ ਮੇਰਾ ਹੈ। ਪਰ ਕੀ ਉਹ ਜ਼ਮੀਨਾਂ ਲੈ ਗਿਆ ਨਾਲ? ਗੁਰੂ ਸਾਹਿਬ ਜੀ ਬਾਣੀ 'ਚ ਬਚਨ ਕਰਦੇ, ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ। ਦੁਰਯੋਧਨ ਦਾ 12 ਕੋ ਤੱਕ ਹੁੰਦਾ, 12 ਯੋਜਨ ਕਿਹਾ ਬਾਣੀ 'ਚ, ਯੋਜਨ 4 ਕੋ ਦਾ ਇੱਕ ਯੋਜਨ ਹੁੰਦਾ, ਭਾਵ 48 ਕੋ ਤੱਕ ਹੁੰਦਾ। ਲਸ਼ਕਰੀ ਫੌਜਾਂ ਹੀ ਫੌਜਾਂ ਸਨ। ਏਡੀ ਏਡੀ ਫੌਜ ਸਾਰੀ ਮਾਰੀ ਗਈ, ਨਾ ਉਹ ਜ਼ਮੀਨਾਂ ਲਿਜਾ ਸਕਿਆ। ਅਖੀਰ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਪਾਈ, 12 ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਇਹ ਅਸ਼ਰ ਹੋਇਆ, ਉਹੀ ਅਸ਼ਰ ਮੋਦੀ ਦਾ ਹੋਣਾ ਹੈ। ਜੇ ਉਹ ਨਾ ਸਮਝਿਆ ਤਾਂ ਉਦੋਂ ਸ਼੍ਰੀ ਕ੍ਰਿਸ਼ਨ ਜੀ ਸਮਝਾ ਰਹੇ ਸਨ, ਅੱਜ ਗੁਰੂ ਕਾ ਖਾਲਸਾ ਸਮਝਾਣਾ ਹੈ, ਗੁਰੂ ਗ੍ਰੰਥ ਤੇ ਗੁਰੂ ਪੰਦਾ ਓਟ ਆਸਰਾ ਲੈ ਕੇ ਆ ਗਏ ਨਾ ਜੀ। ਕਿਉਂਕਿ ਆਵਾਜ਼ ਤਾਂ ਗੁਰੂ ਨਾਨਕ ਦੇ ਘਰ 'ਚ ਆਣੀ ਹੈ। ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਆਖਿਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ, ਜਿਹੜਾ ਹੁਣ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ ਜੀ ਦਾ ਮਹਾਰਾਜ ਆ ਰਿਹਾ,
ਉਹ ਆਦਾ ਸੀ ਸਾਰੇ ਹਿੰਦੂ ਖਤਮ ਕਰੇ, ਔਰੰਗਜ਼ੇਬ ਕਹਿੰਦਾ ਸੀਗਾ। ਜੀ ਗੁਰੂ ਸਾਹਿਬ ਨੇ ਸੱਚ ਦੀ ਆਵਾਜ਼ ਦਿੱਤੀ ਤੇ ਬਲੀਦਾਨ ਦਿੱਤਾ, ਕੁਰਬਾਨੀ ਦਿੱਤੀ। ਮੈਂ ਤਾਂ ਇਹ ਦੇਖ ਰਿਹਾ ਵਾਂ ਕੱਲ ਬਾਬਾ ਰਾਮ ਸਿੰਘ ਨੇ ਬੜੀ ਵੱਡੀ ਕੁਰਬਾਨੀ ਕਰ ਦਿੱਤੀ। ਇਹ ਕੁਰਬਾਨੀ ਕਦੀ ਆਪਣੇ ਨੂੰ ਅੱਗੇ ਹੋਰ ਨਾ ਤੇ ਗਰੀਬ ਕਿਸਾਨ ਨਾ ਮਾਰੇ ਜਾਣ, ਮੈਂ ਆਪਣਾ ਸਰੀਰ ਤਿਆਗਦਾ ਵਾਂ। ਉਹਨਾਂ ਨੇ ਆਪ ਕੁਰਬਾਨੀ, ਵੈਸੇ ਇਹ ਬੜਾ ਵੱਡਾ ਜਿਗਰਾ, ਇਹ ਵੱਡੇ ਸੰਤਾਂ ਮਹਾਂਪੁਰਖਾਂ ਦਾ ਜਿਗਰਾ ਹੀ ਹੈ। ਆਤਮ ਹੱਤਿਆ ਇੱਕ ਕਾਇਰਤਾ ਦੀ ਨਿਸ਼ਾਨੀ, ਪਰ ਮੈਂ ਕਹਿੰਦਾ ਜਿਵੇਂ ਇਹ ਯੋਧਿਆਂ ਵਾਲਾ ਕੰਮ ਇਹ ਕੀਤਾ। ਯੋਧਿਆਂ ਵਾਲਾ ਕੰਮ ਹੈ। ਇਹ ਸੂਰਾ ਸੋ ਪਹਿਚਾਨੀਏ ਜੋ ਲਹਿਰਾ ਦੀਨ ਕੇਤ, ਪੁਰਜਾ ਪੁਰਜਾ ਕੱਟ ਬਰੈ, ਕਬੂ ਨਾ ਛੱਡੇ ਖੇਤ। ਇਹ ਤਾਂ ਬੜੇ ਵੱਡੇ ਯੋਧੇ, ਕਿਉਂਕਿ ਸੰਤ ਰਾਮ ਸਿੰਘ ਜੀ ਇਕੱਲੇ ਸੰਤ ਨਹੀਂ, ਉਹ ਸਿਪਾਹੀ ਸਨ। ਉਹਨਾਂ ਨੇ ਅੰਮ੍ਰਿਤ ਛਕਿਆ ਹੈ, ਗੁਰੂ ਨੂੰ ਸੀਸ ਦਿੱਤੇ ਹੋਏ ਨੇ। ਉਹਨਾਂ ਨੇ ਸੀਸ ਦਿੱਤੇ ਨੇ। ਹਰਿਆਣੇ ਚੋਂ, ਉਹ ਹਰਿਆਣੇ ਰਹਿੰਦੇ ਸਨ, ਉਹਨਾਂ ਨੇ ਹਰਿਆਣੇ ਚੋਂ ਇਹ ਆਵਾਜ਼ ਬੁਲੰਦ ਕਰ ਦਿੱਤੀ ਜੀ, ਸੱਚ ਦੀ ਆਵਾਜ਼। ਮਹਾਨ ਸ਼ਹਾਦਤ ਹੈ, ਅਸੀਂ ਉਸ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਤੇ ਮੈਂ ਇੱਕ ਹੋਰ ਹੱਕ ਦਾ, ਪਹਿਲੀ ਗੱਲ ਤੇ ਹੱਕ ਮਿਲ ਜਾਣਾ ਜੀ। ਜਿੱਤ ਨਿਸ਼ਚੈ ਕਰ ਆਪਣੀ ਜੀਤ ਕਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਜਿੱਤ ਤਾਂ ਹੋਣੀ ਹੈ, ਕਿਉਂਕਿ ਤੇ ਬਾਰ-ਬਾਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੱਥੇ ਆਉਣ ਤੋਂ ਪਹਿਲਾਂ ਹੀ ਫਤਿਹਗੜ੍ਹ ਸਾਹਿਬ ਜੀ ਕੇ ਅਰਦਾਸ ਕਰਕੇ ਆਏ ਆ, ਫਤਿਹ ਵਾਸਤੇ ਅਰਦਾਸ ਕਰਕੇ ਆ। ਸਾਡੀ ਦੇਗ ਵੀ ਫਤਿਹ ਤੇ ਸਾਡੀ ਤੇਗ ਵੀ ਫਤਿਹ ਵੇ। ਨਾਮ ਕੀ ਬਾਬਾ ਜੀ ਤੁਹਾਡਾ? ਭਾਈ ਇਕਬਾਲ ਸਿੰਘ, ਗਿਆਨੀ ਇਕਬਾਲ ਸਿੰਘ, LG 1313। ਬਹੁਤ ਸ਼ੁਕਰੀਆ ਜੀ। ਇੱਕ ਮੈਂ ਜਿਹੜੀ ਵਿਚਾਰ ਲਾਸਟ ਕਰਨ ਲੱਗਾ ਤੁਹਾਡੇ ਨਾਲ, ਜੀ ਜੀ, ਉਹ ਇਹ ਕਿ ਇਹ ਹੁਣ ਜਿੱਤ ਤਾਂ ਹੋਣੀ ਹੈ। ਇੱਕ ਜਿਹੜੀ ਅਸੀਂ ਮੰਗ ਮੰਗਣੀ ਹੈ, ਹੱਕ ਦਾ ਮਿਲ ਜਾਣਾ। ਜਿੱਤ ਤਾਂ ਹੋਣੀ ਪੱਕੀ, ਜਿੱਤ 100% ਪੱਕੀ ਹੈ। ਹੁਣ ਏਕਾ ਹੋ ਗਿਆ, ਜਿੱਤ ਪੱਕੀ ਹੈ। ਅਸੀਂ ਉਹਨਾਂ ਨਾਲ ਜਿੱਦਾਂ ਤੁਸੀਂ ਭਾਈ ਸਾਹਿਬ ਗੱਡੀ ਚਲਾ ਰਹੇ ਹੋ, ਤੁਸੀਂ ਗੱਡੀ ਗਲਤ ਚਲਾਉਂਦੇ ਹੋ ਤੇ ਪੁਲਿਸ ਵਾਲੇ ਤੁਹਾਨੂੰ ਜੁਰਮਾਨਾ ਕਰਦੇ ਨੇ ਨਾ ਜੀ। ਹੁਣ ਜਿਹਨੇ ਉਹ ਐਡਾ ਵੱਡਾ ਗਲਤ ਕੰਮ ਕੀਤਾ ਏ, ਤੇ ਮੇਰੀ ਆਵਾਜ਼ ਹੈ ਕਿ ਆਪਾਂ ਜਿੱਤੇ ਹੱਕ ਦਾ ਲੈਣਾ, ਜਿੱਤਣਾ ਹੈ, ਉਹਦੇ ਜੁਰਮਾਨਾ ਵੀ ਕਰਨਾ ਹੈ। ਉਹ ਜੁਰਮਾਨਾ ਕੀ ਕਰਨਾ ਹੈ, ਉਹ ਮੈਂ ਸਾਂਝ ਕਰਦਾ ਵਾਂ ਕਿ ਜਿਹੜਾ ਇਹ ਇਲਾਕਾ ਹੈ ਇਤਿਹਾਸਕ ਸਥਾਨ ਬਣ ਗਿਆ। ਤੇ ਬਾਬਾ ਰਾਮ ਸਿੰਘ ਦੀ ਸ਼ਹਾਦਤ ਹੋਈ ਹੈ ਜੀ, ਬਾਬਾ ਰਾਮ ਸਿੰਘ ਦੀ ਸ਼ਹਾਦਤ ਹੋਈ ਹੈ। ਅਨੇਕਾਂ ਸੂਰਬੀਰਾਂ ਨੇ ਇੱਥੇ ਸਤ ਸੰਗਤ ਕੀਤਾ, ਦੀਵਾਨ ਲੱਗੇ ਨੇ, ਕੀਰਤਨ ਹੋਇਆ, ਸੱਚ ਦੀ ਆਵਾਜ਼ ਬੁਲੰਦ ਕੀਤੀ ਗਈ ਹੈ। ਇਹ ਇਲਾਕਾ ਹੁਣ ਖਾਲਸੇ ਦਾ ਹੋ ਗਿਆ ਜੀ। ਇਹ ਅਸੀਂ ਜ਼ਮੀਨ ਵੀ ਲੈ ਕੇ ਜਾਣੀ, ਅੱਗੇ ਜ਼ਮੀਨਾਂ, ਉਹ ਸਾਡੇ ਕੋਲ ਜ਼ਮੀਨਾਂ ਖੋਣਾ ਚਾਹੁੰਦਾ ਸੀ, ਅਸੀਂ ਉਹਨੇ ਜ਼ਮੀਨ ਖੋਣੀ ਹੈ, ਹੱਕ ਲੈਣਾ, ਸਾਡਾ ਹੱਕ ਹੈ। ਹੁਣ ਜੁਰਮਾਨਾ ਕਰਨਾ ਸਾਡਾ ਹੱਕ ਵੇ। ਇੱਥੇ ਹੁਣ ਖਾਲਸੇ ਦਾ ਸ਼ਹਿਰ ਵਸਣਾ ਹੀ ਵਸਣਾ, ਇੱਥੇ ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਦੇਖ ਤੇ ਪੰਥ ਕੀ ਜੀਤ, ਪੰਥ ਕੀ ਜੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਤੇ ਇਹ 100% ਗਰੰਟੀ ਹੈ ਤੇ ਰਾਜ ਖਾਲਸਾ ਦਾ ਹੋ ਹੀ ਗਿਆ ਏ, ਬਸ ਮੋਹਰ ਲੱਗਣੀ ਹੈ। ਬਹੁਤ ਸ਼ੁਕਰੀਆ ਜੀ। ਹਾਂਜੀ ਤੁਸੀਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੰਮ੍ਰਿਤਸਰ ਤੋਂ ਟਰਾਂਸਪੋਰਟਰ ਹਾਂ। ਅਸੀਂ ਬਾਬੇ ਜੋਗਿੰਦਰ ਸਿੰਘ ਹੋਣਾ ਨਾਲ ਵੱਧ ਤੋਂ ਵੱਧ ਘਿਓ, ਖੋਇਆ, ਵੱਧ ਤੋਂ ਵੱਧ ਸਮਾਨ ਇਕੱਠਾ ਕਰਕੇ, ਹੋਰ ਵੀ ਦਾਲਾਂ, ਆਟਾ ਵਗੈਰਾ ਇਹਨਾਂ ਲੰਗਰਾਂ 'ਚ ਲੈ ਕੇ ਆਏ ਆ। ਤੇ ਵੱਧ ਤੋਂ ਵੱਧ ਸਮਾਨ ਇਹਨਾਂ ਲੰਗਰਾਂ ਦੇ ਵਿੱਚ ਪਹੁੰਚਾਉਣ ਡਏ ਆ। ਸਾਡੀ ਅਸੀਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਤਾਂ ਕਿ ਕਿਸਾਨਾਂ। ਨਰਿੰਦਰ ਮੋਦੀ ਨੂੰ ਕੀ ਅਪੀਲ ਹੈ ਤੁਹਾਡੀ? ਨਰਿੰਦਰ ਮੋਦੀ ਨੂੰ ਇਹੀ ਅਪੀਲ ਹੈ ਮੇਰੀ ਕਿ ਉਹ ਇਹਨਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਨਾਲ ਵਿੱਢਿਆ ਹੋਇਆ, ਇਹਨਾਂ ਦੀ ਗੱਲ ਮੰਨੇ ਤੇ 3 ਜਿਹੜੇ ਉਹ ਆਰਡੀਨੈਂਸ ਪਾਸ ਕੀਤੇ ਆ ਉਹਨਾਂ ਨੂੰ ਰੱਦ ਕਰੇ। ਹਾਂਜੀ ਬਾਈ ਜੀ। ਸਰ ਮੈਂ ਕਹਿਣਾ ਚਾਹੁੰਦਾ, ਮੈਂ ਰੋਪੜ ਜ਼ਿਲ੍ਹੇ ਤੋਂ ਪਿੰਡ ਅਲੀਪੁਰ ਤੋਂ ਹਾਂ। ਸਭ ਤੋਂ ਪਹਿਲਾਂ ਤਾਂ ਸੰਤ ਬਾਬਾ ਰਾਮ ਸਿੰਘ ਜੀ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ, ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। ਉਸ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਹੈ, ਚਲੋ ਆਪਾਂ ਮੋਦੀ ਸਾਹਿਬ ਨੂੰ ਸਾਰੇ ਕਹਿ ਰਹੇ ਹਾਂ, ਆਪਾਂ ਜਿਹੜੇ ਇਹਨਾਂ ਨੇ 3 ਕਾਲੇ ਕਾਨੂੰਨ ਆ ਉਹਨਾਂ ਤੇ ਸਾਰੇ ਬੋਲ ਰਹੇ ਹਾਂ। ਮੈਂ ਕਹਿ ਰਿਹਾ ਕਿ ਜਿਹੜੀ ਪੰਜਾਬ 'ਚ ਇੱਕ ਸਾਡੇ ਲਈ ਫਾਇਦਾ ਵੀ ਹੈ, ਕਿਉਂਕਿ ਇਤਿਹਾਸ ਲਿਖੇ ਸੀ ਪਹਿਲੇ ਪੰਜਾਬੀਆਂ ਨੇ ਲਿਖੇ ਸੀ, ਕਿਤਾਬਾਂ 'ਚ ਸੀ। ਅੱਜ ਇੱਕ ਇਤਿਹਾਸ ਸਾਡੀ ਜਵਾਨੀ ਲਿਖ ਰਹੀ ਹੈ। ਜਿਹਨੂੰ ਕਹਿੰਦੇ ਸੀ ਉੜਦਾ ਪੰਜਾਬ ਹੈ, ਉੜਦਾ ਪੰਜਾਬ ਹੈ, ਅੱਜ ਦੇਖੋ ਉਹੀ ਪੰਜਾਬ ਉੱਠ ਕੇ ਦਿੱਲੀ ਦੀਆਂ ਸੜਕਾਂ ਤੇ ਤੁਰਦਾ ਫਿਰਦਾ। ਮੈਂ ਕਹਿਣਾ ਚਾਹੁੰਦਾ ਕਿ ਉਸੇ ਉੜਦੇ ਪੰਜਾਬ ਨੂੰ ਜਿਹੜੇ ਲੋਕੀ ਕਹਿੰਦੇ ਸੀ ਉਹਨਾਂ ਨੂੰ ਇੱਕ ਗੂੰਜ ਸੁਣਾਈਏ ਤੇ ਇੱਕ ਜਕਾਰਾ ਲਾਈਏ, ਬੋਲੇ ਸੋ ਨਿਹਾਲ। ਸੋ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦੀ ਜਵਾਨੀ ਨੂੰ ਉੜਦਾ ਪੰਜਾਬ ਦੱਸਦੇ ਸੀ, ਉਹ ਜਵਾਨੀ ਅੱਜ ਉਰੇ ਤੁਰੀ ਫਿਰਦੀ ਹੈ। ਮੈਨੂੰ ਬਹੁਤ ਮਾਣ ਹੈ ਕਿ ਮੈਂ ਇੱਕ ਸਿੱਖ ਧਰਮ 'ਚ ਜਾਂ ਮੈਂ ਪੰਜਾਬ 'ਚ ਜਨਮ ਲਿੱਤਾ ਹੈ। ਇਹ ਕਾਨੂੰਨ ਤਾਂ ਅਸੀਂ ਵਾਪਸ ਲੈ ਕੇ ਜਾਵਾਂਗੇ, ਪਰ ਅਸੀਂ ਇੱਕ ਦਿਖਾਤਾ ਜਾਂ ਆਉਣ ਵਾਲੀਆਂ 50 ਸਾਲ ਦੀਆਂ ਸਰਕਾਰਾਂ ਵੀ ਸੋਚਣਗੀਆਂ ਕਿ ਇਹਨਾਂ ਨੂੰ ਹੱਥ ਨਹੀਂ ਲਾਣਾ ਜਾਂ ਕੋਈ ਗਲਤ ਨਹੀਂ ਕਰੂਗਾ। ਸੋ ਜੋ ਉੜਦੇ ਪੰਜਾਬ ਦੱਸਦੇ ਸੀ, ਅੱਜ ਬੜੀ ਖੁਸ਼ੀ ਹੈ ਮੇਰਾ ਪੰਜਾਬ ਤੁਰਿਆ ਫਿਰਦਾ ਤੇ ਉਰੇ ਕੋਈ ਲੰਗਰਾਂ ਦੀ ਘਾਟ ਨਹੀਂ ਹੈ। ਮੈਂ ਦੱਸਣਾ ਚਾਹੁੰਦਾ ਜਿਹੜੇ ਘਰਾਂ 'ਚ ਵੀ ਬੈਠੇ ਉਰੇ ਨਾ ਲੰਗਰਾਂ ਦੀ ਘਾਟ ਹੈ, ਨਾ ਤੁਹਾਨੂੰ ਕੰਬਲਾਂ ਦੀ ਘਾਟ ਹੈ। ਸੋ ਘਾਟ ਹੈ ਤਾਂ ਸਿਰਫ ਆਪਣੇ ਘਰਾਂ 'ਚੋਂ ਨਿਕਲਣ ਦੀ। ਆਓ ਮੋਢੇ ਨਾਲ ਮੋਢਾ ਲਾਓ ਤੇ ਜੋ ਉੜਦਾ ਪੰਜਾਬ ਦੱਸਦੇ ਸੀ ਉਹਨਾਂ ਨੂੰ ਉਡਾਓ ਤੇ ਆਪਣੇ ਕਾਲੇ ਕਾਨੂੰਨਾਂ ਨੂੰ
ਖਤਮ ਕਰਵਾ ਕੇ ਜਿੱਤ ਪ੍ਰਾਪਤ ਕਰਕੇ ਆਪਾਂ ਆਪਣੇ ਆਪਣੇ ਘਰਾਂ 'ਚ ਜਾਈਏ ਤੇ ਸ਼ਹੀਦੀ ਦਿਹਾੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਆ ਰਿਹਾ, ਚਲੋ ਆਪਾਂ ਉਹਨਾਂ ਦੇ ਚਰਨਾਂ 'ਚ ਨਮਨ ਹੋਈਏ। ਸੋ ਮੈਂ ਚਾਹੁੰਦਾ ਕਿ ਉਹਨੇ ਬਹੁਤ ਵਧੀਆ ਰੈਵੋਲੂਸ਼ਨ ਆਇਆ ਸੀ ਨਾ ਜੀ 1965 ਦੇ ਵਿੱਚ, ਉਹਦੇ ਨਾਲ ਕਿਸਾਨ ਨੇ ਜ਼ਮੀਨਾਂ ਜਦੋਂ ਪੱਧਰ ਕਰੀਆਂ, ਇਕਨੋਮਿਕ ਰੈਵੋਲੂਸ਼ਨ ਵੀ ਲੈ ਕੇ ਆਏ ਸੀਗੇ। ਅੱਜ ਜਿਹੜੀ ਆਪਣੀ ਫੌਜ ਤੀਜੀ ਦੁਨੀਆ ਦੀ ਸੇਰਾ ਬਣੀ ਹੋਈ ਹੈ, ਉਹ ਜ਼ਿਮੀਂਦਾਰ ਨੇ ਜਦੋਂ ਫਸਲ ਪੈਦਾ ਕਰੀ ਉਹਨੂੰ ਖਰੀਦਣ ਵਾਸਤੇ ਸਰਕਾਰ ਨੇ ਪੈਸਾ ਛਾਪਿਆ ਜੀ। ਉਹ ਪੈਸਾ ਛਾਪਦੇ ਜ਼ਿਮੀਂਦਾਰ ਦੀ ਮਿਹਨਤ ਸਦਕਾ ਹੀ ਅੱਜ ਆਪਣੀ 60% ਇਕਨੋਮਿਕ ਐਗਰੀਕਲਚਰ ਬਣੀ ਹੋਈ। ਆਪਾਂ ਪੰਜਾਬੀ ਚ ਕਹਿ ਦਿੰਦੇ ਆ ਵੀ 100 ਰੁਪਏ ਚੋਂ 60 ਰੁਪਏ ਕਿਸਾਨ ਦੀ ਮਿਹਨਤ ਕਰਕੇ ਛਾਪਦੇ ਨੇ, ਉਹ ਤੇ ਮਰਜ਼ੀ ਨਾਲ ਨਹੀਂ ਪੈਸਾ ਛਾਪਦਾ। ਕਹਿਣ ਦਾ ਮਤਲਬ ਜੇ ਅੱਜ ਐਗਰੀਕਲਚਰ ਉਹਨਾਂ ਕੋਲ ਜਾਂਦੀ ਹੈ, ਰॉ ਮਟੀਰੀਅਲ ਉਹਨਾਂ ਕੋਲ, ਪਹਿਲੀ ਗੱਲ ਤਾਂ ਇਕਨੋਮਿਕ ਚਲੀ ਗਈ 60%, ਆਪਣੀ ਮਰਜ਼ੀ ਨਾਲ ਪੈਸਾ ਛਾਪਣਗੇ। ਦੂਜੀ ਗੱਲ, ਜਦੋਂ ਰॉ ਮਟੀਰੀਅਲ ਉਹਨਾਂ ਕੋਲ ਚਲਾ ਜਾਊਗਾ ਜੀ, ਕਿਸੇ ਵੀ ਇੰਡਸਟਰੀ ਦਾ ਰॉ ਮਟੀਰੀਅਲ ਬੇਸ ਹੁੰਦਾ ਹੈ, ਠੀਕ ਹੈ ਜੀ। ਜਿਵੇਂ ਹੁਣ ਤੁਸੀਂ ਕੱਪੜਾ ਬਣਾਉਣਾ ਤਾਂ ਕਾਟਨ ਦੀ ਜ਼ਰੂਰਤ ਹੈ, ਠੀਕ ਹੈ ਜੀ। ਜਿਵੇਂ ਟਰਾਂਸਪੋਰਟ ਇੰਡਸਟਰੀ ਉਹਨਾਂ ਕੋਲ ਚਲੀ ਜਾਊਗੀ, ਕਿਉਂਕਿ ਜੋ ਟਰਾਂਸਪੋਰਟ ਚੀਜ਼ਾਂ ਕਰਨਗੇ ਉਹਨਾਂ ਨੂੰ ਕਿਰਾਏ ਤੇ ਚੀਜ਼ਾਂ ਮਹਿੰਗੀਆਂ ਪੈਣਗੀਆਂ, ਕਿਉਂਕਿ ਉਹ ਆਪਣੇ ਟਰਾਂਸਪੋਰਟ ਪਾ ਲੈਣਗੇ। ਤੇ ਜਿਹੜੀ ਹੋਟਲ ਇੰਡਸਟਰੀ ਹੈ ਇਹ ਸਾਰੀ ਉਹਨਾਂ ਕੋਲ ਚਲੀ ਜਾਊਗੀ। ਇੱਕ ਦੂਜਾ ਸਾਰਿਆਂ ਨੂੰ ਬੜਾ ਪੁਆਇੰਟ, ਜਿਹੜੀ ਸਾਰਿਆਂ ਨੂੰ ਵੱਡੀ ਗੇਮ ਪੈ ਰਹੀ ਹੈ, 1 ਟ੍ਰਿਲੀਅਨ ਬਿਲੀਅਨ ਡਾਲਰ ਦੀ ਇਹ ਕਿਵੇਂ ਪੈ ਰਹੀ ਹੈ? ਕਿਉਂਕਿ ਆਉਣ ਵਾਲੇ ਫਿਊਚਰ ਦੇ ਵਿੱਚ 40-50 ਸਾਲ ਦੇ ਵਿੱਚ ਆਪਣੇ ਤੇਲ ਖਤਮ ਹੋਣ ਵਾਲਾ ਜੀ ਆਪਣੇ। ਸਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਚਾਈਨਾ ਦੇ ਜਾਪਾਨ ਦੇ ਵਿੱਚ 25% ਆਪਣੀਆਂ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਇਲੈਕਟ੍ਰੀਕਲ ਹੋ ਗਈਆਂ ਜੀ। ਹੁਣ ਇਹਨਾਂ ਦੀ ਜਿਹੜੀਆਂ ਰਿਫਾਈਨਰੀਜ਼ ਨੇ, ਜਿਹੜੀ ਇਹਨਾਂ ਦੀ ਇਨਵੈਸਟਮੈਂਟ ਹੋਈ ਹੋਈ ਉਹ ਤੇਲ ਦੇ ਵਿੱਚ ਹੋਈ ਹੈ। ਇੱਕ ਤੁਹਾਨੂੰ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊਗਾ, ਆਪਣੇ ਕਲਕੱਤੇ ਤੋਂ ਲੰਡਨ ਨੂੰ ਰੂਟ ਬਣਿਆ ਹੋਇਆ ਜੀ ਇੱਕ, ਉਹ ਰੂਟ ਇਹ ਖੋਲਣ ਜਾ ਰਹੇ ਨੇ ਜੀ। ਉਹ ਰੂਟ ਤੋਂ ਰਾਹੀਂ ਇਹ ਅਨਾਜ ਸਪਲਾਈ ਕਰਿਆ ਕਰਨਗੇ ਸਾਰੇ ਯੂਰਪ ਨੂੰ। ਕਹਿਣ ਦਾ ਮਤਲਬ ਜਿਹੜੀ ਇਨਵੈਸਟਮੈਂਟ ਇਹਨਾਂ ਦੀ ਰਿਫਾਈਨਰੀ ਵਾਲੀ ਸਾਈਡ ਪਈ ਹੋਈ ਹੈ ਜੀ, ਕਿਉਂਕਿ ਜੇ ਮੌਕੇ ਤੇ ਵੇਚਣਗੇ ਉਹ ਰਿਫਾਈਨਰੀ ਨੂੰ ਕੱਢਣਗੇ ਪੈਸਾ, ਮੌਕੇ ਤਾਂ ਹਰੇਕ ਨੂੰ ਪਤਾ ਹੋਊਗਾ ਤੇਲ ਖਤਮ ਹੋ ਰਿਹਾ, ਮੈਂ ਕਿਉਂ ਲਵਾਂ। ਹੁਣ ਜਦੋਂ ਇਹਨਾਂ ਰਿਫਾਈਨਰੀ ਕੋਈ ਵੀ ਕੰਮ ਕਰਦੇ ਨੇ, 50 ਜਦੋਂ ਰਿਫਾਈਨਰੀ 1962 ਬਾਰੇ ਸੋਚਿਆ ਸੀ ਇਹਨਾਂ ਨੇ, ਰਿਜ਼ਲਟ ਇਹਨਾਂ 2020 ਚ ਆਏ ਨੇ। ਕਹਿਣ ਦਾ ਮਤਲਬ ਜਿਹੜੀਆਂ ਚੀਜ਼ਾਂ ਹੁਣ ਕਰ ਰਹੇ ਨਾ, ਉਧਰੋਂ ਇਨਵੈਸਟਮੈਂਟ ਕੱਢ ਕੇ ਇਹ ਇੱਧਰ ਇਨਵੈਸਟਮੈਂਟ ਕਰ ਰਹੇ ਨੇ ਪੰਜਾਬ ਵਾਲੇ ਪਾਸੇ, ਵੀ ਅਸੀਂ ਜਦੋਂ ਇੱਧਰ ਪੰਜਾਬ ਦਾ ਅਸੀਂ ਨਾਜ ਲੈ ਲਾਂਗੇ, ਸਿਸਟਮ ਆ ਜਾਊਗਾ ਸਾਰਾ। ਤਾਂ ਇਹ ਜਿਹੜਾ ਰੂਟ ਬਣਾਇਆ ਹੋਇਆ ਇਹਨਾਂ ਨੇ, ਜਦੋਂ ਪਾਕਿਸਤਾਨ 'ਚ ਮੋਦੀ ਆਏ ਸੀ ਨਾ, ਅਡਾਨੀ ਉਸ ਦਿਨ ਵਿੱਚ ਸੀ ਜਹਾਜ਼ ਦੇ। ਅਡਾਨੀ ਦਾ ਤੁਸੀਂ ਅੱਜ ਡਾਟਾ ਚੱਕ ਲਓ, 15% ਬਿਜ਼ਨਸ ਉਹਦੇ ਪਾਕਿਸਤਾਨ 'ਚ ਨੇ, ਠੀਕ ਹੈ। ਇਹ ਰੂਟ ਖੋਲ ਕੇ ਇਹਦੇ ਰਾਹੀਂ ਇਹ ਪੰਜਾਬ ਨੂੰ ਜਿਹੜੇ ਅਨਾਜ ਨੂੰ ਯੂਜ਼ ਕਰਕੇ ਉਹ ਕਰਨਾ ਚਾਹੁੰਦੇ ਨੇ ਜੀ। ਇੱਕ ਸਾਰਿਆਂ ਨੂੰ ਵੱਡੀ ਗੱਲ ਆਪਣੀ ਕੀ ਹੈ ਜੀ, ਹੁਣ ਆਪਾਂ ਸਰਕਾਰ ਨਾਲ ਲੜ ਰਹੇ, ਠੀਕ ਹੈ, ਬਹੁਤ ਵਧੀਆ ਗੱਲ ਆ, ਪਰ ਜਿੰਨਾ ਟਾਈਮ ਆਪਾਂ ਉਹਨੂੰ ਪੈਸਿਕਲੀ ਇਕਨੋਮਿਕਲੀ ਹੱਟ ਨਹੀਂ ਕਰਦੇ, ਉਨਾ ਟਾਈਮ ਆਪਣੇ ਰਿਜ਼ਲਟ ਨਹੀਂ ਆਣਗੇ ਜੀ। ਕਿਉਂਕਿ ਅੱਜ ਤੁਸੀਂ ਜੈਕਟ ਲਾ ਲਓ, ਹੁਣ ਲੋਕਡਾਊਨ ਦੇਖੋ ਆਪਾਂ ਹੋਇਆ ਸੀਗਾ, ਹੁਣ ਜਿਹੜਾ ਬੰਦਾ ਅਨਪੜ੍ਹ ਆ ਜਾਂ ਹੈ ਜੀ, ਹਾਂਜੀ ਬਸ ਇਹ ਸ਼ਾਰਟ 'ਚ ਕਹਿੰਦੇ ਵੀ ਆਪਾਂ ਨੂੰ ਮੋਦੀ ਨੂੰ ਇਕਨੋਮਿਕਲੀ ਹੱਟ ਕਰਨਾ ਪੈਣਾ, ਕਿਉਂਕਿ ਜਦੋਂ ਇੱਕ ਚੀਜ਼ ਦੂਜੇ ਥਾਂ ਤੋਂ ਜਾਣੀ ਰੁਕੂਗੀ, ਉਹਦਾ GST ਕਟੂਗਾ, ਨਹੀਂ ਪਹੁੰਚੂਗਾ ਸਰਕਾਰ ਨੂੰ, ਫਿਰ ਸਰਕਾਰ ਨੂੰ ਪਤਾ ਲੱਗੂ। ਹੁਣ ਆਪਾਂ ਨੂੰ ਗੱਲ ਕਰਦੇ ਨੂੰ ਅੱਧਾ ਘੰਟਾ 15 ਮਿੰਟ ਹੋ ਗਏ, 10 ਮਿੰਟ ਦੇ ਵਿੱਚ ਮੋਦੀ ਦੇ ਅੱਜ ਹੁਣ ਨੂੰ ਹੋਣਾ ਚਾਹੀਦਾ 10,000 ਦਾ ਨੁਕਸਾਨ। ਕੋਈ ਵੀ ਬੰਦਾ ਜਦੋਂ ਪੈਸਿਆਂ ਦਾ ਨੁਕਸਾਨ ਹੁੰਦਾ ਨਾ, ਫੇਰ ਸੇਕ ਲੱਗਦਾ। ਪਲੀਜ਼ ਕਰਕੇ ਮੈਂ ਉਹਨਾਂ ਨੂੰ ਕਹਿ ਰਿਹਾ ਕੈਂਸਲ ਉਹ ਕਰੂਗਾ, ਪਰ ਉਹਨੂੰ ਕਾਨੂੰਗੀ 'ਚ ਫਸਾਣਾ ਪਊਗਾ, ਫੇਰ ਕੈਂਸਲ ਹੋਣਗੇ। ਤੇ ਉਹਦੇ ਕਰਕੇ ਇੰਟੈਲੀਜੈਂਸੀ ਨਾਲ ਪਲੈਨਿੰਗ ਹੋਵੇ ਤੇ ਫੇਰ ਇਹ ਚੀਜ਼ ਹੋਊਗੀ। ਬਿਲਕੁਲ ਜੀ, ਬਿਲਕੁਲ। ਬਾਈ ਜੀ ਦਾ ਕਹਿਣਾ ਵੀ ਸਰਕਾਰ ਨੂੰ ਆਰਥਿਕ ਤੌਰ ਤੇ ਵੀ ਝਟਕਾ ਲੱਗਣਾ ਚਾਹੀਦਾ ਹੈ। ਸੋ ਗੱਲ ਖੇਤੀ ਕਾਨੂੰਨਾਂ ਦੀ ਕੀਤੀ, ਬਹੁਤ ਸਾਰੇ ਵਧੀਆ ਵਿਚਾਰ ਖਾਲਸਾ ਜੀ ਨੇ ਵੀ ਜਿਹੜੇ ਦੱਸੇ ਨੇ। ਬਹੁਤ ਅਜਿਹੀਆਂ ਰੂਹਾਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਨੂੰ ਬਹੁਤ ਸਾਰੀ ਨੌਲੇਜ ਹੈਗੀ ਆ, ਜਾਣਕਾਰੀ ਹੈ, ਤੇ ਅਸੀਂ ਵੀ ਕੋਸ਼ਿਸ਼ ਇਹੀ ਕਰਦੇ ਹਾਂ ਵੀ ਤੁਹਾਡੇ ਤੱਕ ਚੰਗੀ ਜਾਣਕਾਰੀ, ਚੰਗੇ ਲੋਕਾਂ ਦੇ ਵਿਚਾਰ ਹੀ ਪਹੁੰਚਾਏ ਜਾਣ। ਮਨਵਿੰਦਰ ਟਿਵਾਣਾ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਹਰਿਆਣਾ।